ਆ ਕੇ ਕਹਿੰਦੀ ਮੇਰਾ ਘਰ ਵਾਲਾ ਮੈਨੂੰ ਆਹ ਕਹਿੰਦਾ, ਮੇਰਾ ਘਰ ਵਾਲਾ ਆਹ ਕਹਿੰਦਾ। ਮੈਂ ਕਿਹਾ ਨਹੀਂ ਭੈਣੇ, ਮੇਰਾ ਘਰ ਵਾਲਾ ਤੇ ਆਪ ਬਥੇਰਾ ਕੁਝ ਕਹਿੰਦਾ। ਮੈਂ ਕਿਹਾ ਜਾਂ ਤੇ ਫਿਰ ਜਰ ਜਾ ਤੇ ਜਾਂ ਫਿਰ ਕੁਛ ਕਰ ਜਾ। ਕਹਿੰਦੀ ਕੀ ਮਤਲਬ? ਮੈਂ ਕਿਹਾ ਅਸੀਂ ਤੇ ਜਰ ਕੇ ਬੈਠੇ ਆ ਤੇ ਤੂੰ ਕੁਛ ਕਰ ਜਾ। ਕਹਿੰਦੀ ਕਿੱਦਾਂ? ਮੈਂ ਕੱਪੜੇ ਧੋਂਦੀ, ਮੇਰੇ ਹੱਥ 'ਚ ਕੱਪੜੇ ਧੋਣ ਦੀ ਥਾਪੀ ਸੀ। ਮੈਂ ਕਿਹਾ ਆ ਲੈ ਜਾ, ਜਾਂ ਤੇ ਫਿਰ ਕੁਛ ਕਰ ਜਾ, ਸਿਰ ਪਾੜ ਕੇ ਤੇ ਤੁਰ ਜਾ। ਟੀਵੀ ਲੱਗਾ ਆ ਇੱਥੇ, ਟੀਵੀ ਲਾ ਕੇ ਅਸੀਂ ਇੱਕ ਦਿਨ ਸਾਰੇ ਸੌਂ ਗਏ। ਬੱਚੇ ਸੀ, ਮੇਰੇ ਹਸਬੈਂਡ ਸੀ, ਅਸੀਂ ਸਾਰੇ ਲੇਟ ਗਏ ਬੈੱਡ ਤੇ। ਅਸੀਂ ਸੌਂ ਗਏ, ਸਾਨੂੰ ਪਤਾ ਹੀ ਨਹੀਂ ਵੀ ਇੱਧਰਲਾ ਗੇਟ ਖੋਲ ਕੇ ਲੋਕੀ ਆਵਾਜਾਈ ਬਣਾਈ ਪਈ ਵੀ ਘਰ ਦੇ ਵਿੱਚ ਸੜਕ ਹੀ ਬਣਾ ਦਿੱਤੀ। ਮੈਂ ਉਹਨੂੰ ਵੀ ਕਵਾਂ ਵੀ ਲੁੱਕ ਲੁੱਕ, ਉਹਨੂੰ ਸਮਝ ਹੀ ਨਾ ਆਏ ਵੀ ਅਸੀਂ ਕਿਹੜੀ ਲੁੱਕ ਕਹਿੰਦੇ ਆ। ਜਦੋਂ ਤੱਕ ਵੱਧੀ ਸੜਕ ਪਾਰ ਕਰ ਗਈ, ਜਾ ਕੇ ਸੜਕ ਵਿੱਚ ਫਸ ਗਈ, ਨਾ ਅੱਗੇ ਜੋਗੀ ਨਾ ਪਿੱਛੇ ਜੋਗੀ। ਫੇਰ ਪਤਾ ਲੱਗਾ ਵੀ ਸੜਕ ਤੇ ਲੁੱਕ ਹੀ। ਸਾਮਾਹੀਨ ਹਜ਼ਰਾਤ, ਮੈਂ ਹਾਂ ਤੁਹਾਡੇ ਨਾਲ ਗੁਰਨੀਤ ਔਰ ਇੱਕ ਵਾਰੀ ਫਿਰ ਤੋਂ ਕਰਦੀ ਹਾਂ ਸਵਾਗਤ। ਪਿਛਲੇ ਹਫ਼ਤੇ ਇੱਕ ਨਵੀਂ ਪਿੜ ਦੇ ਨਾਲ ਅਸੀਂ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਸੀ। ਜੀ ਹਾਂ, ਸਟੂਡੀਓ ਦੇ ਵਿੱਚ ਇੱਕ ਸ਼ੋਅ ਕੀਤਾ ਸੀ ਲਾਫਟਰ ਵਿਦ ਲੱਖੀ, ਜਿਹਦਾ ਟਾਈਟਲ ਦਿੱਤਾ ਸੀ ਲੱਖੀ ਦੇ ਲਿਸ਼ਕਾਰੇ। ਤੇ ਅੱਜ ਅਸੀਂ ਪਹੁੰਚੇ ਹਾਂ ਲੱਖੀ ਦੇ ਘਰ ਔਰ TV NRI ਦੀ ਟੀਮ ਨੂੰ ਬੜੇ ਹੀ ਪਿਆਰ ਦੇ ਨਾਲ ਇਹਨੇ ਰਿਸੀਵ ਕੀਤਾ ਔਰ ਮੈਂ ਮਹਿਮਾਨ ਨਿਵਾਜ਼ੀ ਤੋਂ ਬੜੀ ਇੰਪ੍ਰੈਸ ਹੋਈ ਹਾਂ। ਤੇ ਆਓ ਲੱਖੀ ਦੀਆਂ ਕ੍ਰਿਸਪ ਚਟਪਟੀਆਂ ਗੱਲਾਂ ਤੁਹਾਡੇ ਨਾਲ ਇੱਕ ਵਾਰੀ ਫਿਰ ਤੋਂ ਸਾਂਝੇ ਕਰਦੇ ਹਾਂ। ਲੱਖੀ ਜੀ, ਪ੍ਰੋਗਰਾਮ ਵਿੱਚ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਲੱਖੀ, ਅੱਜ ਬਹੁਤ ਸੋਹਣੇ ਲੱਗ ਰਹੇ ਹੋ, ਯਾਨੀ ਕਿ ਬਿਊਟੀਫੁਲ ਲੱਗ ਰਹੇ ਹੋ। ਬਿਊਟੀਫੁਲ ਮੈਂ ਸਵਾਹ ਲੱਗਣਾ ਵਾ? ਮੈਂ ਕਿੱਥੇ ਬਿਊਟੀਫੁਲ ਲੱਗਣਾ। ਮੈਂ ਤੇ ਸਵੇਰੇ ਪਹਿਲਾਂ ਸਾਡੇ ਕਣਕ ਆਉਣ ਵਾਲੀ ਏ ਤੇ ਸਾਰਾ ਡਰਮ ਸਾਫ਼ ਕੀਤਾ ਆ, ਵਿੱਚੋਂ ਕਣਕ ਕੱਢ ਕੇ ਤੇ ਜਿਉਂ ਮੈਂ ਲੱਗੀ ਛੱਜਣਾ ਛੱਟ ਕੇ ਉਹ ਬੋਰੇ ਭਰੇ ਆ। ਤੇ ਜਦੋਂ ਤੱਕ ਤੁਹਾਡਾ ਫੋਨ ਆ ਗਿਆ, ਮੈਂ ਤੇ ਦੌੜ ਕੇ ਖੋਰੇ ਮੂੰਹ ਵੀ ਧੋਤਾ ਕਿ ਨਹੀਂ ਧੋਤਾ, ਉਹ ਪਾਊਡਰ ਚਮਕਦਾ ਹੋਣਾ ਹੈ। ਓਹੋ, ਹੁਣ ਪਤਾ ਕੀ ਹੈ, ਇੱਕ ਕੁਦਰਤ ਦੀ ਨਾ ਖਾਸੀਅਤ ਹੈ ਔਰ ਆਰਟਿਸਟ ਦੀ ਵੀ ਖਾਸੀਅਤ ਹੁੰਦੀ ਹੈ ਵੀ ਜਿਹੜਾ ਆਰਟਿਸਟ ਜਿਹਨੂੰ ਇਨਾਮ ਦਿੱਤੇ ਜਾਂਦੇ ਨੇ ਨਾ, ਉਹ ਬੇਸਿਕਲੀ ਜਿਹੜੀ ਕੁਦਰਤ ਦੀ ਚੀਜ਼ਾਂ ਨੂੰ ਪੋਰਟਰੇ ਕਰਦਾ ਹੈ। ਕੋਈ ਸੀਨਰੀ ਬਣਾ ਲਈ, ਮਤਲਬ ਕਿ ਹਰੇਕ ਚੀਜ਼ ਜਿਹੜੀ ਹੈ ਉਹ ਕੁਦਰਤ ਤੋਂ ਅਸੀਂ ਲਈ ਹੋਈ ਹੈ। ਤਾਂ ਵਧੀਆ, ਤੁਸੀਂ ਸਗੋਂ ਨੈਚੁਰਲ ਪਾਊਡਰ ਲਾ ਲਿਆ। ਕੀ ਖਿਆਲ ਹੈ? ਠੀਕ ਹੈ ਜੀ, ਠੀਕ ਹੈ ਜੀ। ਬਸ ਇੱਦਾਂ ਹੀ ਹੈ, ਤੁਹਾਨੂੰ ਪਤਾ ਘਰਾਂ 'ਚ ਚੱਲਦਾ। ਤੇ ਮੰਨਦੇ ਹੋ ਨਾ ਵੀ ਲੱਖੀ ਬਿਊਟੀਫੁਲ ਹੈ? ਹਾਂਜੀ, ਹੁਣ ਤੇ ਲੱਗਣ ਲੱਗ ਗਈ ਆ, ਮੈਨੂੰ ਲੱਗਦਾ ਤਾਂ ਨਹੀਂ ਹੈਗਾ। ਅੱਛਾ, ਜਿਹੜਾ ਪਿਛਲਾ ਪ੍ਰੋਗਰਾਮ ਅਸੀਂ ਕੀਤਾ ਤੇ ਉਹਦਾ ਕੀ ਰਿਸਪੌਂਸ ਰਿਹਾ? ਚਾਚੇ ਤਾਏ ਮਾਮਿਆਂ ਦੇ ਫੋਨ ਆਏ ਜਾਂ ਜਿਨ੍ਹਾਂ ਲੋਕਾਂ ਦਾ ਕਦੇ ਵੀ ਫੋਨ ਨਹੀਂ ਆਇਆ ਉਹਨਾਂ ਨੇ ਯਾਦ ਕੀਤਾ? ਹਾਂਜੀ ਹਾਂਜੀ, ਜਿਨ੍ਹਾਂ ਦਾ ਕਦੀ ਫੋਨ ਨਹੀਂ ਆਇਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਸ਼ਾਹ ਗਏ। ਮੈਨੂੰ ਤਾਂ ਨਹੀਂ ਪਤਾ ਸੀ ਕਿ ਸ਼ਾਹ ਗਏ ਕਿ ਨਹੀਂ, ਬਸ ਮੈਨੂੰ ਉਹਨਾਂ ਹੀ ਦੱਸਿਆ ਕਿ ਆਪਾਂ ਸ਼ਾਹ ਗਏ ਹਾਂ। ਕਿਆ ਬਾਤ ਜੀ, ਕਿਆ ਬਾਤ ਹੈ। ਅੱਛਾ, ਜਿਵੇਂ ਹੁਣ ਮੈਂ ਕਿਹਾ ਵੀ ਲੱਖੀ ਬੜੇ ਬਿਊਟੀਫੁਲ ਲੱਗ ਰਹੇ ਹੈ, ਜਾਂ TV NRI ਦੀ ਰੀਚ ਇੰਨੀ ਜ਼ਿਆਦਾ ਸੀ। ਕਈ ਵਾਰੀ ਕੀ ਹੈ ਨਾ ਵੀ ਜਦੋਂ ਪਿੰਡਾਂ ਦੇ ਵਿੱਚ ਅਸੀਂ ਆ ਕੇ ਕੁਝ ਖਾਸ ਕਿਸਮ ਦੇ ਪ੍ਰੋਗਰਾਮਸ ਕਰਦੇ ਹਾਂ ਤਾਂ ਅੰਗਰੇਜ਼ੀ ਦੇ ਵਰਡਸ ਨਾ ਸਾਨੂੰ ਕਿਹਾ ਜਾਂਦਾ ਵੀ ਤੁਸੀਂ ਬੋਲਣ ਤੋਂ ਗੁਰੇਜ਼ ਕਰੋ। ਤੁਹਾਡਾ ਵੀ ਕੁਛ ਇਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ? ਹਾਂਜੀ, ਮੇਰਾ ਵੀ ਇੱਕ ਇੱਦਾਂ ਦਾ ਐਕਸਪੀਰੀਅੰਸ ਹੈ। ਨਾ ਤਾਂ ਮੈਨੂੰ ਆਪ ਅੰਗਰੇਜ਼ੀ ਆਉਂਦੀ, ਅਤੇ ਜਿੰਨੇ ਕਿ ਆਪਾਂ ਪੜ੍ਹਦੇ ਹਾਂ ਸਕੂਲਾਂ ਦੇ ਵਿੱਚ, ਅਕਸਰ ਸਰਕਾਰੀ ਸਕੂਲੇ ਪੜ੍ਹਾਇਆ ਜਾਂਦਾ ਅਤੇ ਉੱਥੇ ਜਾ ਕੇ ਅਤੇ 6ਵੀਂ ਦੇ ਵਿੱਚ ਅੰਗਰੇਜ਼ੀ ਲੱਗਦੀ ਏ ਅਤੇ 10ਵੀਂ 'ਚ ਸਮਝ ਆਉਂਦੀ। ਉਹਨੇ 'ਚ ਇਹਨੂੰ ਘਰ ਦੇ ਕਹਿੰਦੇ ਚਿੱਠੀ ਪੱਤਰ ਜੋਗੀ ਹੋ ਗਈ, ਹਟਾ ਲਓ। ਅਤੇ ਸਾਨੂੰ ਸਵਾਹ ਅੰਗਰੇਜ਼ੀ ਆਉਣੀਆਂ ਹੋਇਆ ਇੱਦਾਂ ਕਿ ਥੋੜ੍ਹੀ ਬਹੁਤੀ ਤਾਂ ਚਲੋ ਵੇਖ ਵੂਖ ਕੇ ਸਿੱਖ ਹੀ ਜਾਈਦੀ, 2-4 ਵਰਡ ਤਾਂ ਆ ਹੀ ਜਾਂਦੇ। ਹੋਇਆ ਇੱਦਾਂ ਕਿ ਸਾਡੇ ਗਵਾਂਢ ਹੀ ਘਰ ਅਤੇ ਉਹ ਭਾਬੀ ਸਾਡੀ ਨੂੰ ਬਿਲਕੁਲ ਕੁਛ ਨਹੀਂ ਆਉਂਦਾ ਸੀ ਅਤੇ ਜਿਹੜੀ ਨੂੰਹ ਸੀ ਉਹ ਆ ਗਈ ਪੜ੍ਹੀ ਲਿਖੀ ਬਹੁਤ, ਹੈ ਨਾ। ਅਤੇ ਚਲੋ ਅਸੀਂ ਵੀ ਉਹਦੇ ਨਾਲ ਮਾੜਾ ਮੋਟਾ ਅੰਗਰੇਜ਼ੀ ਬੋਲ ਲੈਣੀ ਕਰਨੀ ਵੀ ਉਹਦੇ ਕੋਲ ਸਿੱਖ ਕੇ ਹੀ। ਉਹ ਇੱਕ ਦਿਨ ਦੋਵੇਂ ਜਣੀਆਂ ਨੂੰਹ ਸੱਸ ਬੜਾ ਲੜਨ ਤੇ ਕੋਈ ਨਾ ਕੋਈ ਘਰੇ ਉਹਨਾਂ ਦੇ ਬਹਿਸ ਹੋ ਹੀ ਜਾਂਦੀ। ਲੜਾਈ ਕੀ, ਆਪਾਂ ਤਾਂ ਉਹਨੂੰ ਨੋਰਮਲੀ ਬਹਿਸ ਹੀ ਕਹਿ ਦਿੰਦੇ ਹਾਂ। ਅਤੇ ਉਹ ਬਹਿਸ ਹੋਏ ਪਈ ਅਤੇ ਮੈਂ ਦੌੜ ਗਈ। ਮੰਮੀ ਕਹਿੰਦੇ ਨਹੀਂ ਜਾਣਾ। ਮੈਂ ਲਈ ਚੁੰਨੀ ਛਾਲ ਮਾਰ ਕੇ, ਉੱਥੇ ਵੀ ਕੋਈ ਗੱਲ ਹੀ ਨਹੀਂ, ਪੇਕਿਆਂ ਦਾ ਪਿੰਡ ਆ। ਮੈਂ ਜਾ ਕੇ ਕਿਹਾ ਭਾਬੀ ਚੁੱਪ ਕਰ ਜਾਓ, ਹਾਏ ਤੁਸੀਂ ਭਾਬੀ ਚੁੱਪ ਕਰ ਜਾਓ। ਨੂੰਹ ਨੂੰ ਵੀ ਭਾਬੀ ਕਿਹਾ, ਉਹਨੂੰ ਵੀ ਭਾਬੀ ਕਿਹਾ, ਭਾਬੀ ਚੁੱਪ ਕਰ ਜਾਓ। ਭਾਬੀ ਹੁਣੀ ਕਿੱਥੇ ਮੰਨਣ। ਮੈਂ ਕੀ ਕੀਤਾ, ਮੈਂ ਉਹਨਾਂ ਨੂੰ ਕਿਹਾ ਵੀ ਭਾਬੀ, ਉਹਦੀ ਨੂੰਹ ਨੂੰ ਕਿਹਾ, ਉਹਨੂੰ ਵੀ ਭਾਬੀ ਕਹੀਦਾ ਹੁੰਦਾ ਸੀ। ਮੈਂ ਕਿਹਾ ਭਾਬੀ ਵੀ ਐਂ ਕਰ, ਤੂੰ ਹੀ ਐਡਜਸਟਮੈਂਟ ਕਰ ਲੈ। ਅਤੇ ਉਹ ਜਿਹੜੀ ਭਾਬੀ ਦੀ ਸੱਸ ਸੀ ਉਹ ਤਾਂ ਉਹਨੂੰ ਛੱਡ ਕੇ ਮੇਰੇ ਦੁਆਲੇ ਹੋ ਗਈ। ਹਾਏ ਹਾਏ, ਨਹੀਂ ਐਡਜਸਟਮੈਂਟ ਆ, ਕਹਿੰਦੀ ਇਹਨੂੰ ਐਡਜਸਟਮੈਂਟਾਂ ਦੀ ਇਜਾਜ਼ਤ ਨਹੀਂ, ਐਡਜਸਟਮੈਂਟਾਂ ਕਰੇ ਆਪਣੇ ਪਿਓ ਨਾਲ ਨਹੀਂ ਮਾਂ ਨਾਲ ਨਹੀਂ, ਸਾਡੇ ਜੋਗੀਆਂ ਐਡਜਸਟਮੈਂਟਾਂ ਰਹਿ ਗਈਆਂ। ਹਾਏ ਹਾਏ, ਨਹੀਂ ਸਾਡੇ ਜੋਗੀਆਂ ਐਡਜਸਟਮੈਂਟਾਂ ਰਹਿ ਗਈਆਂ। ਇੰਨਾ ਕਲੇਸ਼ ਪਿਆ ਨਾ, ਤੁਸੀਂ ਪੁੱਛੋ ਹੀ ਨਾ। ਵੀ ਮੈਂ ਤਾਂ ਕੰਨਾਂ ਨੂੰ ਹੱਥ ਲਾਏ ਵੀ ਅਸੀਂ ਨਹੀਂ ਅੰਗਰੇਜ਼ੀ ਗੁਰੂਜੀ ਬੋਲਦੇ, ਅਸੀਂ ਤਾਂ ਪੰਜਾਬੀ ਵਾਲੇ ਚੰਗੇ ਹਾਂ, ਸਿੱਧੀ ਸਾਦੀ। ਸਹੀ ਗੱਲ ਹੈ, ਕਿਉਂਕਿ ਜਿਹੜੀ ਜ਼ਿੰਦਗੀ ਹੈ ਨਾ ਦੋਸਤੋ, ਉਹਦੀ ਜਿਹੜੀ ਗੁਜ਼ਰ ਬਸਰ ਹੈ ਉਹ ਅੰਡਰਸਟੈਂਡਿੰਗ ਦੇ ਨਾਲ ਹੁੰਦੀ ਹੈ। ਅਤੇ ਵਾਕਈ ਲੱਖੀ ਜੀ, ਤੁਸੀਂ ਗਲਤ ਵਰਡ ਹੀ ਵਰਤਿਆ ਸੀ। ਤੁਸੀਂ ਕਹਿਣਾ ਸੀ ਅੰਡਰਸਟੈਂਡ ਕਰੋ, ਕਿਉਂਕਿ ਜ਼ਿੰਦਗੀ ਜਿਹੜੀ ਐਡਜਸਟਮੈਂਟ ਹੈ ਨਾ, ਉਹ ਕਿੰਨਾ ਕੁ ਚਿਰ ਐਡਜਸਟ ਕਰ ਲਓਗੇ। ਖੈਰ, ਸ਼ੁਗਲ ਮੇਲੇ ਦੀ ਗੱਲ ਹੈ। ਅੱਛਾ ਲੱਖੀ ਜੀ, ਤੁਸੀਂ ਰਿਸ਼ਤੇ ਵੀ ਕਰਾਉਂਦੇ ਹੋ। ਕਈ ਵਾਰ ਇੱਦਾਂ ਹੋਇਆ ਵੀ ਮਿਸਮੈਚ ਹੋ ਗਿਆ ਹੋਵੇ, ਕਿਉਂਕਿ ਗੱਲਾਂ ਬਾਤਾਂ ਦੇ ਤੁਸੀਂ ਧਨੀ ਹੋ ਅਤੇ ਰਿਸ਼ਤੇ ਵਾਹਵਾ ਸਿਰੇ ਚੜ੍ਹ ਜਾਂਦੇ ਨੇ ਅਤੇ ਸਿਰ ਵੀ ਚੜ੍ਹ ਜਾਂਦੇ ਨੇ। ਅਤੇ ਸਿਰ ਕੋਈ ਚੜ੍ਹਿਆ? ਹਾਂਜੀ, ਵਧੀਆ ਹੋਇਆ ਇੱਦਾਂ ਕਿ ਇੱਕ ਮੈਂ ਰਿਸ਼ਤਾ ਕਰਾਇਆ ਅਤੇ ਕਰਾ ਲਿਆ ਨੇੜੇ ਘਰਾਂ ਦੇ।
ਉਹ ਇਦਾਂ ਹੋਇਆ ਕਿ ਉਹ ਹਸਬੈਂਡ ਵਾਈਫ ਕਿਤੇ ਬੈਂਸੇ ਆਪਸ 'ਚ, ਤੇ ਉਹ ਆ ਗਈ, ਆ ਕੇ ਕਹਿੰਦੀ ਮੇਰਾ ਘਰ ਵਾਲਾ ਮੈਨੂੰ ਆਹ ਕਹਿੰਦਾ, ਮੇਰਾ ਘਰ ਵਾਲਾ ਆਹ ਕਹਿੰਦਾ। ਮੈਂ ਕਿਹਾ ਨਹੀਂ ਭੈਣੇ, ਮੇਰਾ ਘਰ ਵਾਲਾ ਤੇ ਆਪ ਬਥੇਰਾ ਕੁਝ ਕਹਿੰਦਾ। ਮੈਂ ਕਿਹਾ ਜਾਂ ਤੇ ਫਿਰ ਜਰ ਜਾ ਤੇ ਜਾਂ ਫਿਰ ਕੁਝ ਕਰ ਜਾ। ਕਹਿੰਦੀ ਕੀ ਮਤਲਬ? ਮੈਂ ਕਿਹਾ ਅਸੀਂ ਤੇ ਜਰ ਕੇ ਬੈਠੇ ਆ ਤੇ ਤੂੰ ਕੁਝ ਕਰ ਜਾ। ਕਹਿੰਦੀ ਕਿੱਦਾਂ? ਮੈਂ ਕੱਪੜੇ ਧੋਂਦੀ, ਮੇਰੇ ਹੱਥ 'ਚ ਕੱਪੜੇ ਧੋਣ ਦੀ ਥਾਪੀ ਸੀ। ਮੈਂ ਕਿਹਾ ਆ ਲੈ ਜਾ, ਜਾਂ ਤੇ ਫਿਰ ਕੁਝ ਕਰ ਜਾ, ਸਿਰ ਪਾੜ ਕੇ ਤੇ ਤੁਰ ਜਾ, ਤੇ ਜਾਂ ਫਿਰ ਐਡਜਸਟਮੈਂਟ ਕਰ ਜਾ, ਵੀ ਆਰਾਮਦਾਰੀ ਨਾ ਵੀ ਰਹਿ ਜਾ ਤੂੰ ਆਪਣੇ ਘਰ। ਤੇ ਉਹ ਤੇ ਮੁੜ ਕੇ ਆਈ ਨਹੀਂ ਵਿਚਾਰੀ। ਅੱਛਾ, ਕਈ ਵਾਰ ਇਦਾਂ ਵੀ ਹੁੰਦਾ ਵੀ ਜਿਹੜਾ ਤੁਸੀਂ ਰਿਸ਼ਤਾ ਕਰਾਇਆ ਤੇ ਉਹ ਰਿਸ਼ਤਾ ਕਰਾ ਤਾਂ ਦਿੱਤਾ, ਪਰ ਹੁਣ ਦੇਖੋ ਘਰਾਂ 'ਚ 100 ਗੱਲਾਂ ਬਾਤਾਂ ਹੁੰਦੀਆਂ ਨੇ ਤੇ ਫਿਰ ਵਿਚੋਲਿਆਂ ਨੂੰ ਫੋਨ ਉਦਾਂ ਹੀ ਖੜਕਦੇ ਆ ਜਦੋਂ ਰਿਸ਼ਤੇ ਵੇਲੇ ਖੜਕਦੇ ਆ। ਨਹੀਂ, ਉਹ ਨਹੀਂ ਖੜਕਦੇ, ਉਹ ਤੇ ਆਪਾਂ ਕਹਿ ਦਿੰਦੇ ਆ ਵੀ ਗਰੰਟੀ ਨਹੀਂ ਹੈਗੀ ਕੋਈ ਵੀ। ਇਹ ਤਾਂ ਮਾੜੀ ਗੱਲ ਹੈ ਲੱਖੀ ਜੀ, ਤੇ ਗਾਰੰਟੀ ਤਾਂ ਜ਼ਰੂਰ ਦੇਣੀ ਚਾਹੀਦੀ ਹੈ। ਅੱਛਾ, ਆਪਾਂ ਅੰਗਰੇਜ਼ੀ ਦੇ ਲਫ਼ਜ਼ਾਂ ਦੀ ਗੱਲ ਕਰ ਰਹੇ ਸੀ, ਤੁਸੀਂ ਇੱਕ ਹੋਰ ਕਿੱਸਾ ਸੁਣਾ ਰਹੇ ਸੀ, ਮੈਨੂੰ ਯਾਦ ਆਇਆ ਵੀ ਉਹ ਕੋਈ ਲੁੱਕ ਪੈ ਗਈ ਸੀ ਕਿਤੇ, ਕੀ ਹੋਇਆ ਸੀ ਉਹ? ਜੀ, ਉਹ ਗੱਲ ਇਦਾਂ ਹੋਈ ਕਿ ਜਿੱਦਾਂ ਬਹੁਤੇ ਪੜ੍ਹੇ ਲਿਖਿਆਂ ਦਾ ਵੀ ਪੰਗਾ ਹੀ ਹੁੰਦਾ ਆ, ਸਾਡੇ ਵਰਗੇ ਤੇ ਠੀਕ ਆ, ਸਮਝ ਤੇ ਆ ਹੀ ਜਾਂਦੀ ਨਾ। ਉਹ ਐਦਾਂ ਕਿ ਮੇਰੀ ਇੱਕ ਦਿਨ ਫਰੈਂਡ ਮੈਨੂੰ ਮਿਲਣ ਆ ਗਈ ਕੋਈ। ਮੈਂ ਕਿਹਾ ਵੀ ਚੱਲ ਸਕੂਟਰੀ ਤੇ ਸ਼ਹਿਰ ਛੱਡ ਆਉਂਦੀ ਇਹਨੂੰ। ਮੈਂ ਸਕੂਟਰੀ ਕੱਢੀ, ਚਲੋ ਜੀ ਅਸੀਂ ਦੋਵੇਂ ਜਣੀਆਂ ਚੱਲ ਗਈਆਂ। ਜਦੋਂ ਅਸੀਂ ਨਾ ਗਏ ਤੇ ਮੈਂ ਦੇਖ ਲਿਆ ਲੁੱਕ ਪੈਂਦੀ ਹੈ ਨਾ। ਮੈਂ ਉਹਨੂੰ ਕਿਹਾ ਵੀ ਚੱਲ ਤੂੰ ਇੱਥੇ ਉਤਰ ਜਾ, ਵੀ ਅੱਗੇ ਸੜਕ ਖਰਾਬ ਆ। ਕਹਿਣ ਦਾ ਚੇਤਾ ਭੁੱਲ ਗਿਆ ਵੀ ਲੁੱਕ ਪੈਂਦੀ ਏ। ਉਹ ਜੀ ਉਹਨੇ ਐਨਕਾਂ ਲਾਈਆਂ ਮੈਡਮ ਨੇ, ਤੇ ਉਤਰ ਗਈ। ਤੇ ਬਾਅਦ ਵਿੱਚ ਉਹ ਭਈਏ ਆਵਾਜ਼ਾਂ ਵੀ ਮਾਰਨ ਵੀ ਲੁੱਕ ਲੁੱਕ ਲੁੱਕ, ਤੇ ਉਹ ਆਪਣੀ ਡੈਸ਼ 'ਚ ਤੁਰੀ ਜਾਵੇਗੀ। ਮੈਂ ਖਰੇ ਕਿੱਡੀ ਸੋਹਣੀ ਲੱਗਦੀ ਆ, ਮੈਨੂੰ ਕਹਿੰਦੇ ਆ ਵੀ ਸਾਨੂੰ ਵੇ ਉਹਨੇ ਅੰਗਰੇਜ਼ੀ ਵਾਲਾ ਲੁੱਕ ਸਮਝ ਲਿਆ। ਤੇ ਉਹ ਮੈਂ ਉਹਨੂੰ ਵੀ ਕਵਾਂ ਵੀ ਲੁੱਕ ਲੁੱਕ, ਉਹ ਉਹਨੂੰ ਸਮਝ ਹੀ ਨਾ ਆਏ ਵੀ ਅਸੀਂ ਕਿਹੜੀ ਲੁੱਕ ਕਹਿੰਦੇ ਆ। ਜਦੋਂ ਤੱਕ ਅੱਧੀ ਸੜਕ ਪਾਰ ਕਰ ਗਈ, ਜਾ ਕੇ ਸੜਕ ਵਿੱਚ ਫਸ ਗਈ, ਨਾ ਅੱਗੇ ਜੋਗੀ ਨਾ ਪਿੱਛੇ ਜੋਗੀ। ਫੇਰ ਪਤਾ ਲੱਗਾ ਵੀ ਸੜਕ ਤੇ ਲੁੱਕ ਸੀ। ਤੇ ਉਹ ਵਿਚਾਰੀ ਸੋਚਦੀ ਰਹੀ ਖਰੇ ਮੈਨੂੰ ਕਹਿੰਦੇ ਆ ਵੀ ਮੈਨੂੰ ਵੇਖੋ ਵੇਖੋ ਲੁੱਕ ਲੁੱਕ। ਪੈਰਾਂ ਨੂੰ ਵੀ ਲੁੱਕ ਲੱਗ ਗਈ। ਉਹਦਾ ਤੇ ਹੋ ਗਿਆ 5000 ਦਾ ਨੁਕਸਾਨ। ਉਹ ਤੇ ਪਛਤਾਏ ਮੈਨੂੰ ਮਿਲ ਕੇ। ਐਨਕਾਂ ਟੁੱਟ ਗਈਆਂ, ਡਿੱਗ ਗਈ, ਚੱਪਲ ਟੁੱਟ ਗਈ, ਚੱਪਲ ਦੇ ਵਿੱਚੋਂ ਹੀ ਖੁੱਭ ਗਈ। ਫਿਰ ਨੰਗੇ ਪੈਰੀ ਛੱਡੀ ਉਹਨੂੰ ਉਹਦੇ ਘਰੇ। ਫਿਰ ਉਹਦੇ ਵਿਚਾਰੇ ਦੇ ਕੱਪੜੇ ਖਰਾਬ ਹੋ ਗਏ, ਪਰਸ ਕਿਤੇ, ਮੈਡਮ ਕਿਤੇ, ਭਈਏ ਵਿਚਾਰੇ ਚੁੱਕਦੇ ਫਿਰਨ। ਨਾਲੇ ਕਰਨ ਮੈਡਮ ਜੀ ਅਸੀਂ ਤੇ ਕਿਹਾ ਸੀ ਲੁੱਕ, ਤੇ ਉਹ ਅੱਗੋਂ ਕਹਿੰਦੀ ਆਏ ਹਾਏ ਵੇ ਮੈਂ ਸਮਝਿਆ ਸੀ ਘਰੇ ਮੈਨੂੰ ਛੇੜਨ ਡਏ ਹੋ ਤੁਸੀਂ ਲੁੱਕ ਲੁੱਕ ਕਰਕੇ। ਦੱਸੋ, ਜਿਹੜੀ ਜ਼ਿੰਦਗੀ ਹੈ ਨਾ ਉਹ ਕਈ ਵਾਰ ਸ਼ੁਗਲ ਦੇ ਵਿੱਚ ਹੀ ਇਸ ਤਰ੍ਹਾਂ ਲੰਘ ਜਾਂਦੀ ਹੈ। ਅੱਛਾ ਦਰਸ਼ਕੋ, ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਵਕਤ ਲੱਖੀ ਜੀ ਦੇ ਘਰ ਬੈਠੇ ਹਾਂ, ਔਰ ਇਹਨਾਂ ਦਾ ਘਰ ਨਾ ਕੁਛ ਇਸ ਤਰ੍ਹਾਂ ਦਾ ਹੈ ਜਿਹਨੂੰ 2 ਗਲੀਆਂ ਲੱਗਦੀਆਂ ਨੇ। ਇੱਧਰਲੇ ਪਾਸੇ ਵੀ ਗਲੀ ਹੈ, ਵਿਚਕਾਰ ਇਹਨਾਂ ਦਾ ਘਰ ਹੈ, ਔਰ ਦੂਸਰੇ ਪਾਸੇ ਫੇਰ ਗਲੀ ਲੱਗਦੀ ਹੈ। ਤੇ ਹੁਣ ਬੜਾ ਹਾਸੋਹੀਣਾ ਜਿਹਾ ਮੰਜ਼ਰ ਇਹਨਾਂ ਦੇ ਘਰ ਦਾ ਵੀ ਹੈ, ਕਿਉਂਕਿ ਇੱਧਰ ਤੇ ਇੱਧਰ, ਅੱਗੇ ਔਰ ਪਿੱਛੇ 2 ਗੇਟ ਹੈਗੇ ਨੇ। ਤੇ ਜਿਨ੍ਹਾਂ ਲੋਕਾਂ ਨੇ ਘੁੰਮ ਕੇ ਜਾਣਾ, ਜਿਹਨਾਂ ਨੂੰ ਔਖਾ ਲੱਗਦਾ, ਉਹਨਾਂ ਦੇ ਘਰ ਦੇ ਵਿੱਚ ਦੀ ਹੋ ਕੇ ਲੰਘ ਜਾਂਦੇ ਆ, ਕਿਉਂਕਿ ਪਿੰਡਾਂ ਦੇ ਵਿੱਚ ਆਮ ਹੁੰਦਾ ਹੈ ਵੀ ਦਰਵਾਜ਼ਾ ਖੁੱਲਾ ਹੁੰਦਾ। ਸੋ ਇਸ ਕਿਸਮ ਦਾ ਖੁੱਲਾ ਮਾਹੌਲ ਹੈ ਕਿ ਉਹ ਪੁੱਛਣ ਦੀ ਖੇਚਲ ਵੀ ਨਹੀਂ ਕਰਦੇ ਵੀ ਤੁਸੀਂ ਸੁੱਤੇ ਤਾਂ ਨਹੀਂ ਪਏ, ਜਾਂ ਤੁਹਾਨੂੰ ਡਿਸਟਰਬੈਂਸ ਤਾਂ ਨਹੀਂ ਹੋ ਰਹੀ। ਲੱਖੀ ਜੀ, ਕੀ ਹੁੰਦਾ ਦੱਸੋ? ਸਾਡੇ ਨਾਲ ਤਾਂ ਕਈ ਵਾਰੀ ਬਹੁਤ ਮਾੜੀ ਗੱਲ ਹੋ ਜਾਂਦੀ ਆ। ਸਾਡੀ ਲੌਬੀ ਵਿੱਚ ਬੈੱਡ ਲੱਗੇ ਆ, ਤੇ ਅੱਜ ਤਾਂ ਗਰਮੀ ਹੋਵੇ ਹੈ ਨਾ, ਤੇ ਅਸੀਂ ਬਾਹਰ ਹੀ ਟੀਵੀ ਲੱਗਾ ਆ, ਇੱਥੇ ਟੀਵੀ ਲਾ ਕੇ ਅਸੀਂ ਇੱਕ ਦਿਨ ਸਾਰੇ ਸੌਂ ਗਏ। ਬੱਚੇ ਸੀ, ਮੇਰੇ ਹਸਬੈਂਡ ਸੀ, ਅਸੀਂ ਸਾਰੇ ਲੇਟ ਗਏ ਬੈੱਡ ਤੇ। ਅਸੀਂ ਸੌਂ ਗਏ, ਸਾਨੂੰ ਪਤਾ ਹੀ ਨਹੀਂ ਵੀ ਇੱਧਰਲਾ ਗੇਟ ਖੋਲ੍ਹ ਕੇ ਲੋਕੀ ਆਵਾਜਾਈ ਬਣਾਈ ਪਈ ਵੀ ਘਰ ਦੇ ਵਿੱਚ ਸੜਕ ਹੀ ਬਣਾ ਦਿੱਤੀ। ਸਾਨੂੰ ਤੇ ਉਦੋਂ ਪਤਾ ਲੱਗਾ ਜਦੋਂ ਇੱਕ ਸੌਦਾ ਜਿਹਾ ਸਿਰ ਤੇ ਚੁੱਕਿਆ ਤੇ ਬੀਬੀ ਆਈ, ਤੇ ਬੀਬੀ ਕਹਿੰਦੀ ਉੱਠੋ ਨਹੀਂ, ਲੋਕੀ ਲੰਘ ਜਾਂਦੇ। ਅਸੀਂ ਤੇ ਹੈਰਾਨ ਹੀ ਹੋ ਗਏ। ਤੇ ਫਿਰ ਅਕਸਰ ਹੀ ਮੈਨੂੰ ਗਾਲਾਂ ਪੈਂਦੀਆਂ ਮੇਰੇ ਘਰ ਵਾਲੇ ਕੋ ਵੀ ਤੇਰਾ ਸੁਭਾਅ ਜਿੱਦਾਂ ਥੋੜ੍ਹਾ ਜ਼ਿਆਦਾ ਹੀ ਤੂੰ ਠੰਡਾ ਰੱਖਿਆ ਹੋਇਆ, ਤੂੰ ਮਨਾ ਨਹੀਂ ਕਰਦੀ ਵੀ ਨਾ ਲੰਘੋ। ਪਰ ਆਪਾਂ ਕਹੀਦਾ ਨਹੀਂ, ਪਿੰਡਾਂ ਵਿੱਚ ਇੱਦਾਂ ਥੋੜ੍ਹੀ ਕਰਨਾ ਚਾਹੀਦਾ ਨਾ। ਫਿਰ ਕੀ ਹੋ ਗਿਆ? ਹਾਂ, ਫਿਰ ਕੀ ਹੋ ਗਿਆ? ਤੇ ਕਈ ਵਾਰ ਤਾਂ ਲੋਕ ਡਰ ਜਾਂਦੇ ਆ। ਅੱਜ ਕੱਲ੍ਹ ਤਾਂ ਫਲੈਟਸ ਵਿੱਚ ਲੋਕੀ ਹਰ ਵਕਤ ਜਿੰਦੇ ਲਾ ਕੇ ਰੱਖਦੇ ਆ ਘਰਾਂ ਨੂੰ ਕਿ ਕੋਈ ਵੜ ਨਾ ਜਾਵੇ, ਮਤਲਬ ਇਨਸਿਕਿਉਰਿਟੀ ਬੜੀ ਹੈ। ਤੇ ਪਿੰਡਾਂ ਵਾਲਿਆਂ ਦੇ ਸੁਭਾਅ ਜ਼ਿਆਦਾ ਖੁੱਲ੍ਹੇ ਹੁੰਦੇ ਆ। ਹਾਂਜੀ, ਜ਼ਿਆਦਾ ਖੁੱਲ੍ਹਿਆ, ਤੇ ਨਾਲੇ ਸਾਨੂੰ ਜਿੰਦਰਿਆਂ ਦੀ ਲੋੜ ਨਹੀਂ ਪੈਂਦੀ। ਸਾਡੇ ਕੋਲ ਇੱਕ ਮੇਰੇ ਕੋਲ 100 ਸਾਲ ਦਾ ਜਿੰਦਰਾ ਮੇਰਾ ਸਹੁਰਾ ਸਾਹਿਬ, ਇੱਕ ਮੇਰੇ ਕੋਲ 85 ਸਾਲ ਦਾ ਜਿੰਦਰਾ ਮੇਰੀ ਸੱਸ ਆ, ਤੇ ਮੈਨੂੰ ਜਿੰਦਰਿਆਂ ਦੀ ਕਦੀ ਲੋੜ ਨਹੀਂ ਪਏਗੀ। ਤੁਸੀਂ ਹੈਰਾਨਗੀ ਮੰਨੋਗੇ ਵੀ ਜਦੋਂ ਮੈਂ ਇੱਕ ਦਿਨ ਕਿਤੇ ਜਾਣਾ ਸੀ, ਤੇ ਮੈਂ ਨਾ ਜਿੰਦਰੇ ਲੱਭਾਂ ਅੰਦਰ ਬਾਹਰ ਹੈ ਨਾ, ਮੇਰੀ ਸੱਸ ਮੈਨੂੰ ਗਾਲਾਂ ਕੱਢਣ ਲੱਗ ਪਈ। ਕਹਿੰਦੀ ਲੈ ਹੋਰ 36 ਕੰਮ ਕਰੂਗੀ, 36 ਵਾਰੀ ਬਾਜ਼ਾਰ ਜਾਊਗੀ, ਇੱਕ ਜਿੰਦਰਾ ਨਹੀਂ ਖਰੀਦ ਸਕਦੀ, ਇੱਕ ਜਿੰਦਰਾ ਨਹੀਂ ਖਰੀਦ ਸਕਦੀ। ਬਹੁਤ ਗਾਲਾਂ ਪਈਆਂ। ਮੈਂ ਫਿਰ ਕਿਹਾ, ਮੈਂ ਮਾਤਾ ਜੀ ਮੇਰੀ ਗੱਲ ਸੁਣ ਲਓ, ਮੇਰੇ ਕੋਲ ਤੁਸੀਂ ਜੋ ਜਿੰਦਰੇ ਹੈਗੇ ਜੇ, ਤੇ ਅੱਜ ਜੰਦਰੇ ਮੇਰੇ ਨਾਲ ਵਾਂਢੇ ਤੁਰ ਪਏ ਆ, ਤੇ ਆਪੀ ਲੋੜ ਪੈ ਗਈ, ਨਹੀਂ ਤਾਂ ਮੈਨੂੰ ਤਾਂ ਕਦੀ ਲੋੜ ਹੀ ਨਹੀਂ ਪਈ। ਇਸ ਲਈ ਕੁਛ ਨਹੀਂ ਹੈਗਾ ਇੱਥੇ, ਕਿਉਂਕਿ ਮਾਤਾ ਹੁਣੀ ਹੈਗੇ ਆ, ਤੇ ਕੋਈ ਡਰ ਨਹੀਂ ਹੈਗਾ ਆਪਾਂ ਨੂੰ ਘਰ ਦੇ ਵਿੱਚ। ਮਾਤਾ ਜੀ ਤੋਂ ਯਾਦ ਆਇਆ, ਜਿਹੜੇ ਉਹ ਦਾਦੀ ਸੀ ਨਾ, ਉਹ ਵੀ ਅੱਧੇ ਕਮਲੇ ਹੋ ਗਏ ਸੀ ਤੇ ਹੋਰ ਹੀ ਗੱਲਾਂ ਕਰਨ ਲੱਗ ਗਏ ਸੀ। ਉਹ ਗੱਲ ਕੀ ਹੋਈ ਸੀ? ਸਾਡੇ ਇੱਕ ਇੱਦਾਂ ਹੀ ਕਿੱਸਾ ਹੋਇਆ ਕਿ ਇੱਕ ਬੇਬੇ ਹੁੰਦੀ ਸੀ।
ਬੇਬੇ ਵਿਚਾਰੀ ਉਹ ਨਾ ਬੜਾ ਕੰਮ ਕਰਦੀ ਹੁੰਦੀ ਸੀ, ਬਹੁਤ ਬਜ਼ੁਰਗ ਜੀ ਬੇਬੇ ਸੀ, ਤੈਨੂੰ ਬੜਾ ਕੰਮ ਕਰਨਾ ਬਾਹਰ ਹਵੇਲੀ ਵਿੱਚ ਹੀ। ਇੱਕ ਦਿਨ ਕੀ ਹੋਇਆ ਕਿ ਉਹ ਬੇਬੇ ਵਿਚਾਰੀ ਕਿਤੇ ਪੱਠੇ ਪਾ ਕੇ ਆਉਣ ਡਈ ਤੇ ਉਹਦੇ ਵਿੱਚ ਕਾਰ ਵੱਜ ਗਈ ਤੇ ਬੇਬੇ ਹੋ ਗਈ ਕਮਲੀ। ਬੇਬੇ ਕਮਲੀ ਹੋ ਗਈ ਤੇ ਜਿੱਦਾਂ ਉੱਥੇ ਨਾ ਕੱਪੜੇ ਟੰਗੇ ਪਏ ਸੀ ਤੇ ਉੱਥੇ ਕਿਤੇ ਮਿਸਤਰੀ ਆਇਆ ਹੋਇਆ ਤੇ ਉਹਦੇ ਕੱਪੜੇ ਵੀ ਟੰਗੇ ਸੀ। ਅੱਛਾ, ਬੇਬੇ ਨੇ ਕੀ ਕੀਤਾ ਵੀ ਉਹ ਮਿਸਤਰੀ ਦੀ ਪੈਂਟ ਪਾ ਲਈ ਤੇ ਮਿਸਤਰੀ ਤੇ ਸਾਰੀ ਦਿਹਾੜੀ ਖੱਪ ਗਿਆ। ਸਾਰੇ ਘਰਾਂ 'ਚ ਪੁੱਛਣ ਵੀ ਮਿਸਤਰੀ ਦੀ ਪੈਂਟ ਹੀ, ਇੱਥੇ ਕੋਈ ਨਿਆਣਾ ਤੇ ਨਹੀਂ ਲੈ ਗਿਆ। ਸਾਡੇ ਘਰਾਂ ਤੱਕ ਵੀ ਪੁੱਛਣ। ਅਸੀਂ ਕਿਹਾ ਵੀ ਕਿੱਥੇ ਗਈ, ਸਾਰਾ ਮਹੱਲਾ ਜਦੋਂ ਇਕੱਠਾ ਹੋ ਗਿਆ, ਜਦੋਂ ਬਾਹਰ ਗਏ ਤੇ ਬਾਹਰ ਜਾ ਕੇ ਕੀ ਕੀਤਾ ਵੀ ਦੇਖਿਆ ਤੇ ਉਹ ਜਦੋਂ ਮਾਤਾ ਵੱਲ ਦੇਖਿਆ, ਬੀਜੀ ਬੇਬੇ ਵੱਲ ਜਿਹੜੀ ਉਹਨਾਂ ਦੀ ਗੁਆਂਢੀਆਂ ਦੀ ਬੇਬੇ ਸੀ ਉਹਦੇ ਵੱਲ ਦੇਖਿਆ ਤੇ ਉਹਨੇ ਪੈਂਟ ਪਾਈ ਪਈ। ਮਸਾਂ ਹੀ ਲਹਾ ਕੇ ਤੇ ਪੈਂਟ ਦਿੱਤੀ ਤੇ ਕਿਤੇ ਹੱਥ ਜੋੜੇ। ਜ਼ਿੰਦਗੀ ਦੇ ਵਿੱਚ ਹੋਰ ਵੀ ਬੜੀਆਂ ਸ਼ੁਗਲ ਮੇਲੇ ਦੀ ਘਟਨਾਵਾਂ ਹੁੰਦੀਆਂ ਨੇ। ਵੈਸੇ ਤਾਂ ਜ਼ਿੰਦਗੀ ਹੈ ਹੀ ਇੱਕ ਹਾਸਿਆ ਘਟਨਾ, ਤੇ ਤੁਸੀਂ ਜਿਹੜੀਆਂ ਇਹ ਗੱਲਾਂ ਬਾਤਾਂ ਕੋਟ ਕਰਦੇ ਹੋ ਜਾਂ ਕਿਤੇ ਵੀ ਲਿਖਦੇ ਹੋ ਜਾਂ ਪਬਲਿਸ਼ ਕਰਵਾਉਂਦੇ ਹੋ, ਤੇ ਇਹ ਆਮ ਜ਼ਿੰਦਗੀ ਦੇ ਵਿੱਚੋਂ ਹੀ ਕੱਢੀਆਂ ਗੱਲਾਂ ਬਾਤਾਂ ਹੁੰਦੀਆਂ? ਮਤਲਬ ਜ਼ਿੰਦਗੀ ਨੂੰ ਤੁਸੀਂ ਇੰਨੇ ਬਰੀਕੀ ਨਾਲ ਵਾਚਦੇ ਹੋ? ਹਾਂਜੀ ਹਾਂਜੀ, ਆਮ ਜ਼ਿੰਦਗੀ 'ਚ ਯਾਦ ਰਹਿ ਜਾਂਦੀਆਂ ਨੇ, ਹੱਸਦੇ ਖੇਡਦੇ ਇਹੋ ਜਿਹੀਆਂ ਗੱਲਾਂ ਬਣ ਜਾਂਦੀਆਂ। ਹੁਣ ਤੁਹਾਨੂੰ ਮੈਂ ਆਪਣੇ ਘਰ ਵਾਲੇ ਦੀ ਗੱਲ ਹੀ ਦੱਸ ਦਿੰਦੀ ਹਾਂ। ਹੋਇਆ ਇੱਦਾਂ ਕਿ ਮੇਰੇ ਹਸਬੈਂਡ ਬੈਠੇ, ਘਰ ਵਾਲਾ ਮੇਰਾ ਬੈਠਾ ਤੇ ਮੈਨੂੰ ਪੁੱਛੇ ਵੀ ਕਹਿੰਦਾ ਵੀ ਮੈਂ ਤੈਨੂੰ ਕਿੱਦਾਂ ਦਾ ਲੱਗਦਾ ਵਾਂ, ਹੈ ਨਾ। ਤੇ ਮੈਂ ਕਿਹਾ ਵੀ ਤੁਸੀਂ ਦੱਸੋ ਮੈਂ ਕਿੱਦਾਂ ਦੀ। ਕਹਿੰਦਾ ਮੈਨੂੰ ਤਾਂ ਤੂੰ ਚੰਗੀ ਲੱਗਦੀ ਹੈ। ਮੈਂ ਕਿਹਾ ਤੁਸੀਂ ਮੈਨੂੰ ਰੱਬ ਵਰਗੇ ਲੱਗਦੇ ਆ। ਘਰ ਵਾਲਾ ਮੇਰਾ ਤੇ ਬਹੁਤ ਖੁਸ਼ ਤੇ ਕਹਿੰਦੇ ਤੂੰ ਬਹੁਤ ਚੰਗੀ ਹੈ, ਤੂੰ ਬਹੁਤ ਚੰਗੀ। ਮੈਂ ਕਿਹਾ ਹਾਂਜੀ ਤੁਸੀਂ ਮੈਨੂੰ ਰੱਬ ਵਰਗੇ ਲੱਗਦੇ ਆ, ਬਸ ਇਹੋ ਹੀ ਗੱਲ ਹੈ, ਨਾ ਮੇਰੀ ਰੱਬ ਮੰਨਦਾ ਨਾ ਮੇਰੀ ਤੁਸੀਂ ਮੰਨਦੇ। ਮੇਰਾ ਘਰ ਵਾਲਾ ਕਹਿੰਦੇ ਜਾ ਪਰਾਂ ਮਰ ਭੈਣੇ, ਇੱਥੇ ਕੀ ਕਰਨਾ ਵਾ, ਪਿੰਡਾਂ 'ਚ ਆਹ ਹੀ ਹਾਲ ਆ। ਸਹੀ ਹੈ। ਤੇ ਲੱਕੀ ਜੀ ਦੀਆਂ ਕ੍ਰਿਸਪ ਗੱਲਾਂ ਬਾਤਾਂ ਮੈਂ ਉਮੀਦ ਕਰਦੀ ਹਾਂ ਕਿ ਅੱਜ ਵੀ ਤੁਸੀਂ ਸਾਰਿਆਂ ਨੇ ਜ਼ਰੂਰ ਪਸੰਦ ਕੀਤੀਆਂ ਹੋਣਗੀਆਂ। ਅਗਲੇ ਐਪੀਸੋਡ ਦੇ ਵਿੱਚ ਕੁਝ ਹੋਰ ਇਸੇ ਤਰ੍ਹਾਂ ਦੇ ਹਾਸੇ ਹੋਏ ਨੇ ਕਿੱਸਿਆਂ ਦੇ ਨਾਲ ਤੁਹਾਡੇ ਨਾਲ ਦੁਬਾਰਾ ਰਾਬਤਾ ਕਾਇਮ ਕਰਾਂਗੇ। ਲੱਕੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਬੜੀ ਵਧੀਆ ਤੁਸੀਂ ਚਾਹ ਪਲਾਈ ਤੇ ਨਾਲ ਸਮੋਸੇ ਬੜੇ ਸਵਾਦ ਸੀ। ਤੁਸੀਂ ਵੀ ਕਦੇ ਇੱਧਰੋਂ ਲੰਘੋ ਤੇ ਲੱਕੀ ਨੂੰ ਜ਼ਰੂਰ ਮਿਲ ਕੇ ਜਾਇਓ। ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਣਾ। ਲੱਕੀ ਕੁਝ ਕਹਿਣਾ ਚਾਹ ਰਹੇ ਨੇ? ਜੀ ਮੈਡਮ, ਮੈਂ ਇਹ ਪੁੱਛਣਾ ਸੀ ਤੁਹਾਨੂੰ, ਮੈਂ ਦੇਖਿਆ ਤੁਸੀਂ ਚੰਡੀਗੜ੍ਹੋਂ ਆਏ ਜੇ, ਹੈ ਨਾ। ਮੈਂ ਤੁਹਾਨੂੰ ਇਹ ਦੱਸਣਾ ਵੀ ਜਿੱਦਾਂ ਸਾਡੇ ਘਰਾਂ 'ਚ ਆਮ ਜ਼ਿੰਦਗੀ ਹੈ ਨਾ, ਵੀ ਤੁਸੀਂ ਵੀ ਇਦਾਂ ਹੀ ਕਰਦੇ ਜਿੱਦਾਂ ਅਸੀਂ ਕਰਦੇ ਹਾਂ। ਜਿੱਦਾਂ ਮੰਨ ਲਓ ਆਪਣੇ ਆ ਰਿਮੋਟ ਆ, ਹੈ ਨਾ, ਉਹਦਾ ਸੈੱਲ ਖਤਮ ਹੋ ਜਾਂਦਾ ਸੀ, ਇੱਦਾਂ ਕਰਕੇ ਉਹਨੂੰ ਚਲਾਉਂਦੇ। ਤੁਸੀਂ ਇਦਾਂ ਕਰਦੇ? ਤੇ ਹੋਰ ਕੀ, ਹੁਣ ਅੰਦਰਲੀ ਕਹਾਣੀ ਤਾਂ ਸਾਰੇ ਘਰਾਂ ਦੇ ਵਿੱਚ ਇੱਕੋ ਜਿਹੀ ਹੁੰਦੀ ਆ। ਨਹੀਂ, ਮੈਂ ਕਿਹਾ ਸ਼ਾਇਦ ਇਦਾਂ ਨਹੀਂ ਹੁੰਦਾ ਨਾ, ਸਾਡੇ ਤੇ ਇਦਾਂ ਹੁੰਦਾ ਨਾ ਵੀ ਜਿੱਦਾਂ ਵੇਖੋ ਤੁਹਾਡੀ ਸਕਿਨ ਕਿੱਡੀ ਵਧੀਆ, ਸਾਡੇ ਤੇ ਦੇਖੋ ਕਿੱਦਾਂ ਖੁਰਕ ਕੇ ਤੇ ਕਿੱਦਾਂ ਗੰਦੀ ਬੰਦੀ ਹੋਈ ਪਈ ਹੈ। ਮੈਂ ਤੇ ਇਹ ਵੇਖ ਕੇ ਹੈਰਾਨ ਆ ਵੀ ਚੰਡੀਗੜ੍ਹ ਦੇ ਲੋਕ ਹੈ ਨਾ ਕਿੰਨੇ ਵਧੀਆ ਹੁੰਦੇ ਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੰਨੀ ਤਾਰੀਫ ਕਰਨ ਦੇ ਲਈ। ਤੁਸੀਂ 5-4 ਐਪੀਸੋਡ ਸਾਡੇ ਨਾਲ ਕਰ ਲਏ ਤੇ ਅਸੀਂ ਵੀ ਤੁਹਾਡੀ ਸਕਿਨ ਇੱਦਾਂ ਦੀ ਕਰ ਦੇਣੀ ਹੈ। ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਸੰਦ ਕੀਤਾ ਹੋਏਗਾ। ਲਾਫਟਰ ਵਿਦ ਲੱਕੀ ਵਿੱਚ ਫਿਲਹਾਲ ਇੰਨਾ ਹੀ। ਅਗਲੇ ਹਫਤੇ ਫੇਰ ਕਰਾਂਗੇ ਤੁਹਾਡੇ ਨਾਲ ਰਾਬਤਾ ਕਾਇਮ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੇਖਦੇ ਰਹੋ ਤੇ TV NRI।